BTV ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਸ਼ਵੀ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। B ਸਪੈਸ਼ਲ ਦੇ ਸਪੈਸ਼ਲ ਸੈਗਮੈਂਟ ਦੇ ਵਿੱਚ ਤੁਹਾਡੇ ਸਾਰਿਆਂ ਦਾ ਇੱਕ ਹੋਰ ਵਾਰ ਬਹੁਤ-ਬਹੁਤ ਸਵਾਗਤ ਹੈ, ਜਿੱਥੇ ਗੱਲਬਾਤ ਕਰਾਂਗੇ ਅਗੇਨ ਇਮੀਗ੍ਰੇਸ਼ਨ ਬਾਰੇ। ਇੱਕ ਹੌਟ ਟੌਪਿਕ ਹੈ ਜੀ ਸਾਡੀ ਕਮਿਊਨਿਟੀ ਦੇ ਵਿੱਚ। ਸਾਰੇ ਪੁੱਛਦੇ ਨੇ ਜੀ ਬਾਰ-ਬਾਰ ਫੋਨ ਕਰਕੇ ਕਿਵੇਂ ਆਈਏ, ਕਿਵੇਂ ਪਹੁੰਚੀਏ, ਕਿਵੇਂ ਪੱਕੇ ਹੋਈਏ। ਜੋ ਇੱਥੇ ਆਏ ਹੋਏ ਨੇ ਉਹ ਕਹਿੰਦੇ ਨੇ ਸਾਨੂੰ ਕੋਈ ਨਾ ਕੋਈ ਸਾਡਾ ਕੰਮ ਕਰਾਓ, ਸਾਨੂੰ ਕਿਤੇ ਨਾ ਕਿਤੇ ਜੈਨੂਇਨ ਸਾਨੂੰ ਏਜੰਟ ਦੇ ਨਾਲ ਮਿਲਾਓ। ਔਰ ਜਦੋਂ ਵੀ ਜੈਨੂਇਨ ਏਜੰਟ ਦੀ ਗੱਲ ਹੁੰਦੀ ਹੈ ਅਸੀਂ ਨਾਲ ਦੇ ਨਾਲ ਹੀ ਪ੍ਰੋਗਰਾਮ ਲੈ ਕੇ ਆ ਜਾਂਦੇ ਹਾਂ। ਤੁਹਾਡੇ ਕਈ ਸਵਾਲ ਜਿਹੜੇ ਸਾਡੇ ਕੋਲ ਪਹੁੰਚਦੇ ਨੇ ਉਹਨਾਂ ਦੇ ਜਵਾਬ ਲੱਭਣ ਲਈ ਅਸੀਂ ਪਹੁੰਚ ਗਏ ਹਾਂ ਫਿਰ ਤੋਂ ਅੱਜ ਚੇਜ਼ ਗਲੋਬਲ ਇਮੀਗ੍ਰੇਸ਼ਨ ਦੇ ਆਫਿਸ। ਔਰ ਵਿਕਾਸ ਜੀ ਔਰ ਨਿਸ਼ਾ ਜੀ ਦਾ ਫਿਰ ਤੋਂ ਧੰਨਵਾਦ ਕਰਦੇ ਹਾਂ। ਥੈਂਕ ਯੂ ਫਿਰ ਤੁਸੀਂ ਸਾਨੂੰ ਸੱਦਿਆ ਜੀ। Yeah, wish you very happy new year and it's good कि हम न्यू ईयर पे आपके साथ फिर यहाँ हैं for all sort of your input। जी जी नहीं थैंक यू। न्यू ईयर पे बहुत सारे नए सवाल भी हैं, उस सब का आज मुझे लगता है कि बहुत सारे जो सवाल हैं उनके जवाब आपसे हम जानेंगे। तो भाई बहुत बहुत स्वागत। ਸ਼ਵ ਜੀ, ਸਾਨੂੰ ਸੱਦਣ ਲਈ BTV ਦਾ ਬਹੁਤ ਬਹੁਤ ਸ਼ੁਕਰੀਆ ਤੇ ਸਾਰੇ ਵਿਊਅਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ ਤੇ ਗੁੱਡ ਈਵਨਿੰਗ ਤੇ ਵਿਸ਼ ਯੂ ਵੈਰੀ ਹੈਪੀ ਨਿਊ ਈਅਰ ਟੂ ਆਲ ਆਫ ਯੂ। ਤੇ ਤੁਸੀਂ ਸਪੈਸ਼ਲੀ ਰეკਮੈਂਡ ਕੀਤਾ ਸੀਗਾ ਕਿ ਭਾਜੀ ਅਸੀਂ ਇਸ ਵਾਰੀ ਕੁਝ ਡਿਫਰੈਂਟ ਡਿਸਕਸ ਕਰਨਾ ਹੈ ਵਿਚ ਇਜ਼ ਇਨ ਰਿਗਾਰਡਸ ਟੂ ਇੱਕ ਜਿਹੜਾ LMIA ਦਾ ਟੌਪਿਕ ਹੈ ਥਰੂ ਇੰਪਲੋਇਰਸ ਪਰਸਪੈਕਟਿਵ, ਕਿ ਕਿਹੜੇ ਇੰਪਲੋਇਰ ਹੈਗੇ ਨੇ ਜਿਨ੍ਹਾਂ ਦੀ ਐਲੀਜਿਬਿਲਿਟੀ ਬਣ ਸਕਦੀ ਹੈ LMI ਦੀ, ਤੇ ਐਪਲੀਕੈਂਟਸ ਨੂੰ ਵੀ ਐਟ ਦਾ ਐਂਡ ਪਤਾ ਹੋਵੇ ਕਿ ਇਹ ਇੰਪਲੋਇਰ ਮੇਰੇ ਲਈ ਸਹੀ ਹੈ ਜਿਹੜਾ LMI ਸਾਨੂੰ ਦੇ ਸਕਦਾ ਹੈ। ਅਨਦਰ ਟੌਪਿਕ ਤੁਸੀਂ ਥੋੜਾ ਜਿਹਾ ਟੱਚ ਕਰਨ ਨੂੰ ਕਿਹਾ ਸੀਗਾ ਐਲਬਰਟਾ ਟੈਕ ਪਾਇਲਟ, ਜਿਹੜਾ ਕਾਫੀ ਪਪੂਲਰ ਹੋ ਰਿਹਾ ਆਪਣੀ ਐਲਬਰਟਾ ਪ੍ਰੋਵਿੰਸ ਦੇ ਵਿੱਚ, ਕਿ ਟੈਕ ਦੇ ਵਿੱਚ ਜੀ LMI ਦੀ ਲੋੜ ਹੀ ਨਹੀਂ ਪੈਂਦੀ। ਤੇ ਆਪਾਂ ਥੋੜਾ ਡਿਸਕਸ ਕਰਨ ਦੀ ਕੋਸ਼ਿਸ਼ ਕਰੂੰਗੇ। ਰੈਸਟ ਵੀ ਹੈਵ ਅ ਪ੍ਰੋਵੀਜ਼ਨ, ਕਲਾਇੰਟ ਸਾਡੀ ਅਪਾਇੰਟਮੈਂਟ ਬੁੱਕ ਕਰਾ ਸਕਦਾ ਸਾਡੇ ਆਫਿਸ ਨਾਲ, ਸਾਡੇ RCAC ਦੀ ਟੀਮ ਦੇ ਨਾਲ ਮਿਲ ਕੇ ਆਪਣੀ ਜਿਹੜੀ ਵੀ ਹੈ ਉਹਨਾਂ ਦੇ ਡਾਊਟਸ ਉਹ ਕਲੈਰੀਫਾਈ ਕਰ ਸਕਦਾ ਜੀ। ਅੱਛਾ ਵਿਕਾਸ ਜੀ, ਜਦੋਂ ਅਸੀਂ LMI ਦੀ ਗੱਲ ਕਰਦੇ ਹਾਂ ਨਾ, ਇਹ ਬਹੁਤ ਜ਼ਿਆਦਾ ਯੂਜ਼ਡ ਵਰਡ ਹੈ ਸਾਡੀ ਕਮਿਊਨਿਟੀ 'ਚ ਨਾ। ਹਰ ਬੰਦਾ ਜਦੋਂ ਕੋਈ ਇੱਥੇ ਆਉਂਦਾ ਤੈਨੂੰ ਚਲੋ LMI ਦਵਾ ਦਿੰਦੇ ਆ, ਉੱਥੋਂ LMI ਮਿਲ ਜੂਗੀ। ਜਿਹੜਾ ਬੰਦੇ ਨੂੰ ਮੈਨੂੰ ਲੱਗਦਾ ਫੁੱਲ ਫਾਰਮ ਹੀ ਨਹੀਂ ਪਤਾ ਹੋਣਾ ਨਾ, ਉਹ ਵੀ ਪੁੱਛਦਾ ਹੁੰਦਾ ਕਿ LMI ਦਵਾ ਦਿਓ ਜੀ। ਜੇ ਅਸੀਂ ਉਹਨੂੰ ਪੁੱਛਦੇ ਤੁਹਾਨੂੰ ਮਤਲਬ ਪਤਾ ਇਸ ਚੀਜ਼ ਦਾ, ਨਹੀਂ ਪਤਾ ਹੁੰਦਾ। ਉਹਨਾਂ ਨੂੰ ਇਹ ਹੁੰਦਾ ਕਿ ਸਾਨੂੰ ਕਿਸੇ ਨੇ ਕਿਹਾ ਤੇ ਸਾਨੂੰ ਬਸ ਕਰਾ ਦਿਓ ਸਾਡਾ ਕੰਮ, ਹੈ ਨਾ। LMI ਵੀ ਦੀ ਅਸੀਂ ਕਹੋਗੇ ਲੀਮੀਆ ਕਹਿ ਦਿੰਦੇ ਆ ਕਈ ਲੋਕੀ, ਲੀਮੀਆ ਦਵਾ ਦਿਓ ਜੀ ਸਾਨੂੰ, ਰਾਈਟ ਜੀ। It stands for Labor Market Impact Assessment जी। So basically एक पूरा प्रोसेस है ये कनेडियन गवर्नमेंट का जो आपको अलाउ करता है कि किसी भी फॉरेन वर्कर को आप अपनी ऑर्गेनाइजेशन के लिए हायर कर सकते हो, उन्हें जॉब दे सकते हो अगर आपके पास कोई भी लाइक एक्सपीरियंस या स्किल कैनेडियन या परमानेंट रेजिडेंट बंदा नहीं मिल रहा है। या सो दैट्स देयर प्रोग्राम। वो आपको प्रोविजन देते हैं कि ठीक है, अगर आपको कोई भी कैनेडियन नहीं मिल रहा, कोई PR नहीं मिल रहा, यू कैन हायर अ फॉरेन वर्कर, स्किल्ड पर्सन, कहीं पे भी वो लोकेटेड हो, इधर इन कनाडा। समटाइम्स दे अलाउ अंडर दिस पॉलिसी कि अगर आप विजिटर पे भी आ रखे हो और आप स्किल्ड हो, आपको कोई एम्प्लॉयर हायर करना चाहता है तो यस आप उसके LMI अप्लाई कर सकते हो जी। सो ਦੇਖੋ ਮੋਟਾ ਇਹ ਹੁੰਦਾ ਹੈ ਕਿ ਇਹ ਜਿਹੜਾ ਸਟੈਟਿਸਟਿਕਸ ਕੈਨੇਡਾ ਹੈ ਨਾ, ਉਹ ਡਾਟਾ ਐਨਾਲਾਈਜ਼ ਕਰਦਾ ਹੈ ਕਿ ਜਿਹੜੀ ਵੀ ਇਹ ਰਿਕਰੂਟਮੈਂਟ ਆਪਾਂ ਕਰੂਗੇ ਉਹਦਾ ਜਿਹੜਾ ਕੈਨੇਡੀਅਨ ਲੇਬਰ ਮਾਰਕੀਟ ਹੈ ਉਹਦੇ ਉੱਤੇ ਇੰਪੈਕਟ ਕਿੰਨਾ ਕੁ ਪਾਊਗਾ। ਉਹਨੂੰ ਆਪਾਂ ਕਹਿ ਦਿੰਦੇ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ। ਉਹਦੀ ਅਸੈਸਮੈਂਟ ਨੂੰ ਆਪਾਂ LMIA ਪ੍ਰੋਸੈਸ ਕਹਿੰਦੇ ਹਾਂ। ਇਹ ਜਿਹੜਾ ਡਿਪਾਰਟਮੈਂਟ ਹੈ, ਮੈਂ ਸੌਰੀ ਤੁਹਾਨੂੰ ਕੱਟ ਆਫ ਕਰੂੰਗਾ, ਇਹ ਇਮੀਗ੍ਰੇਸ਼ਨ ਡਿਪਾਰਟਮੈਂਟ ਨਹੀਂ ਹੈਗਾ, ਇਹ ਸਰਵਿਸ ਕੈਨੇਡਾ ਇੱਕ ਡਿਪਾਰਟਮੈਂਟ ਹੈ ਜਿਹੜਾ ਕਿ ਐਨਾਲਾਈਜ਼ ਕਰਦਾ ਇੰਪਲੋਇਰ ਦੀ ਐਲੀਜਿਬਿਲਿਟੀ, ਕਿ ਕਿੰਨਾ ਕੁ ਉਹ ਕੈਪੇਬਲ ਹੈਗਾ ਸੋ ਐਂਡ ਸੋ TFW ਨੂੰ ਹਾਇਰ ਕਰਨ ਲਈ, ਤੇ ਉਹਦੀ ਸਟੇਬਿਲਿਟੀ ਕਿੰਨੀ ਕੁ ਹੈ ਕਿ ਉਹਨੂੰ ਰਿਟੇਨ ਕਰ ਸਕਦਾ ਅਗਲੇ 2 ਜਾਂ 3 ਸਾਲ ਲਈ ਇੰਪਲੋਇਰ ਦੀ, ਆਫ ਕੋਰਸ। ਸੋ ਜੇ ਇਹਨੂੰ ਅਸੀਂ ਇਨ ਵੈਰੀ ਸਿੰਪਲ ਵਰਡਸ ਜੇ ਆਪਾਂ ਹੈ ਨਾ ਪੰਜਾਬੀ ਜਾਂ ਹਿੰਦੀ ਜੇ ਸਮਝਾ ਦਈਏ ਕਿ ਇੱਕ ਫੋਰ ਐਗਜ਼ਾਮਪਲ ਕੋਈ ਰੈਸਟੋਰੈਂਟ ਹੈ, ਲੈਟਸ ਰਾਈਟ, ਜਾਂ ਕੋਈ ਇੱਦਾਂ ਦੀ ਕੋਈ ਸਰਵਿਸ ਇੰਡਸਟਰੀ ਹੈ ਜਿਹਦੇ ਵਿੱਚ ਲੈਟਸ IT ਹੈ, ਉਹਦੇ ਵਿੱਚ ਇੱਕ ਸਕਿਲਡ ਬੰਦੇ ਨੂੰ ਕੁਆਲੀਫਾਈਡ, ਜਿਵੇਂ ਕੋਈ ਸ਼ੈਫ ਚਾਹੀਦਾ ਲੈਟਸ ਸੇ ਫੋਰ ਐਗਜ਼ਾਮਪਲ, ਜੋ ਮੇਰੇ ਦਿਮਾਗ 'ਚ ਆ ਰਿਹਾ ਮੈਂ ਤੁਹਾਨੂੰ ਪੁੱਛ ਰਿਹਾ। ਹੁਣ ਇੰਡੀਅਨ ਫੂਡ ਹੈ, ਠੀਕ ਹੈ, ਉਹ ਪਨੀਰ ਮੱਖਣੀ ਉਹਦੇ ਵਰਗਾ ਨਹੀਂ ਬਣਦਾ ਜੋ ਆਥੈਂਟਿਕ ਹੋਣਾ ਚਾਹੀਦਾ, ਇੱਥੇ ਨਹੀਂ ਮਿਲ ਰਿਹਾ, ਕੈਨੇਡੀਅਨ ਮਿਲ ਹੀ ਨਹੀਂ ਰਿਹਾ। ਫਿਰ ਉਹ ਤੰਗ ਹੋ ਕੇ ਉਹ ਕਹਿੰਦਾ ਕਿ ਮੈਨੂੰ ਹੁਣ ਫੋਰਨ ਵਰਕਰ ਜਾਂ ਮੈਨੂੰ ਪਤਾ ਜੀ ਬੈਕ ਹੋਮ ਦੇ ਵਿੱਚ ਇੱਕ ਬੜਾ ਕੁਆਲੀਫਾਈਡ ਬੰਦਾ, ਉਹਨੂੰ ਮੈਂ ਸਪੋਂਸਰ ਕਰਨਾ ਚਾਹੁੰਦਾ। ਜੇ ਆਪਾਂ ਉਹਨੂੰ ਕਹਿ ਦਈਏ ਕਿ ਸਪੋਂਸਰਸ਼ਿਪ ਆਪਾਂ ਵਰਡ ਯੂਜ਼ ਕਰ ਸਕਦੇ ਹਾਂ ਨਾ ਇਹਦੇ ਨਾਲ, ਕਿ ਉਹਨੂੰ ਮੈਂ ਨੌਕਰੀ ਦੇ ਕੇ ਬੁਲਾਉਣਾ ਚਾਹੁੰਦਾ ਅਤੇ ਇੱਥੇ ਆ ਕੇ ਸਾਡੇ ਕੋਲ ਜੋਬ ਕਰੇ ਅਤੇ ਨਾਲ ਉਹ ਸਾਡੀ ਜਿਹੜੀ ਰਿਕੁਆਇਰਮੈਂਟ ਉਹ ਪੂਰੀ ਕਰੇ। ਆਹੀ ਗੱਲ ਹੈ ਜੀ। ਇਹ ਜੇ ਅਸੀਂ ਇਨ ਅਦਰ ਵਰਡਸ ਕਹੀਏ, ਇਹ ਜਿਹੜਾ ਪ੍ਰੋਸੈਸ ਹੈ ਨਾ LMIA ਇੰਪਲੋਇਰ ਦੀ ਐਲੀਜਿਬਿਲਿਟੀ ਜਸਟੀਫਾਈ ਕਰਦਾ ਹੈ। ਜਦੋਂ ਇੰਪਲੋਇਰ ਜਸਟੀਫਾਈ ਕਰ ਦੇਵੇ ਕਿ ਆਈ ਐਮ ਅਨੇਬਲ ਟੂ ਫਾਈਂਡ ਅ ਲੋਕਲ ਪਰਸਨ ਬਿਕੋਜ਼ ਆਫ ਸੋ ਐਂਡ ਸੋ ਰੀਜ਼ਨ, ਕਿ ਉਹਦੀ ਜਿਹੜੀ ਸਕਿੱਲ ਸੈਟ ਨਹੀਂ ਮੀਟ ਕਰ ਰਿਹਾ, ਉਹਨਾਂ ਦੀ ਜਿਹੜੀ ਪਰਟੀਕੂਲਰ ਰਿਕੁਆਇਰਮੈਂਟ ਨਹੀਂ ਮੀਟ ਕਰ ਰਹੀ, ਉਹਦੇ ਬੇਸ ਤੇ ਉਹ ਆਪਣੀ LMI ਅਪਰੂਵ ਕਰਾ ਲੈਂਦਾ ਸਰਵਿਸ ਕੈਨੇਡਾ ਤੋਂ, ਵਿਚ ਇਜ਼ ਵੈਲਿਡ ਫॉर 12 ਮੰਥਸ। ਕੋਵਿਡ ਦੇ ਦੌਰਾਨ 18 ਮਹੀਨੇ ਵੈਲਿਡਿਟੀ ਸੀਗੀ। ਉਹ ਜਿਹੜੀ LMIA ਨੂੰ ਜਿਹੜਾ ਐਪਲੀਕੈਂਟ ਹੈਗਾ ਪ੍ਰੋਸਪੈਕਟਿਵ ਕੈਂਡੀਡੇਟ, ਵੈਦਰ ਉਹ PGWP ਤੇ ਹੋਵੇ, ਉਹ ਲੋਕਲ ਹੋਵੇ ਜਾਂ ਫਿਰ ਉਹ ਆਫਸ਼ੋਰ ਬੈਠਿਆ ਹੋਵੇ, ਉਹ ਉਸ ਨੂੰ ਯੂਜ਼ ਕਰ ਸਕਦਾ ਆਪਣੇ ਵਰਕ ਪਰਮਿਟ ਦੀ ਐਪਲੀਕੇਸ਼ਨ ਪੁੱਟ ਅਪ ਕਰਨ ਲਈ।
ਰਾਈਟ ਜੀ। ਤੇ ਹੁਣ ਜਿਹੜੇ ਜਿਵੇਂ ਤੁਸੀਂ ਗੱਲ ਕੀਤੀ ਕੋਈ ਰੈਸਟੋਰੈਂਟ ਹੈਗਾ, ਆਫ ਕੋਰਸ ਉਹ ਜਿਹੜੇ ਵੀ ਆਪਾਂ ਨੌਕ ਜਿਹਨੂੰ ਨੈਸ਼ਨਲ ਆਕੂਪੇਸ਼ਨ ਕਲਾਸੀਫਿਕੇਸ਼ਨ ਕੋਡ ਆਪਾਂ ਕਹਿ ਦਿੰਦੇ ਆ, ਹੁਣ ਟੀਅਰ ਕੋਡ ਹੋ ਗਿਆ ਬੇਸਿਕਲੀ ਸਿਸਟਮ, ਉਹ ਸਕਿਲਡ ਆਕੂਪੇਸ਼ਨ ਦੇ ਵਿੱਚ ਸਾਨੂੰ ਟਾਈਟਲ ਐਲੋਕੇਟ ਕਰਨਾ ਪੈਂਦਾ ਕਿ ਕਿਹੜੀ ਨੌਕ ਕਿਹਦੇ ਵਿੱਚ ਜ਼ਿਆਦਾ ਫੁੱਟਫਾਲ ਕਰਦੀ ਹੈ। ਜਿਵੇਂ ਤੁਸੀਂ ਸ਼ੈਫ ਦੀ ਗੱਲ ਕੀਤੀ, ਸ਼ੈਫ ਕੈਨ ਬੀ ਮਲਟੀਪਲ ਕੁਜ਼ੀਨ ਦੇ ਨਾਲ ਜਿਹੜੇ ਵੀ ਕਿਹੜਾ ਵੀ ਆਪਾਂ ਜਸਟੀਫਾਈ ਕਰ ਸਕਦੇ ਹਾਂ ਕਿ ਕੁੱਕ ਸਾਨੂੰ ਕਿਵੇਂ ਦਾ ਚਾਹੀਦਾ ਹੈ, ਇੰਡੀਅਨ ਕੁੱਕ ਚਾਹੀਦਾ ਹੈ, ਪੀਜ਼ਾ ਕੁੱਕ ਚਾਹੀਦਾ ਹੈ, ਕੋਈ ਇਟਾਲੀਅਨ ਕੁੱਕ ਚਾਹੀਦਾ ਹੈ। ਉਹ ਜਿਹੜੀ ਸਕਿੱਲ ਸੈਟ ਦੇ ਨਾਮ ਨਾਲ ਸਾਨੂੰ ਪਹਿਲਾਂ ਇੱਕ ਜੌਬ ਬੈਂਕ ਤੇ ਵੇਰੀਅਸ ਕਪਲ ਆਫ ਅਦਰ ਪੋਰਟਲਸ ਦੇ ਵਿੱਚ ਸਾਨੂੰ ਐਡਵਰਟਾਈਜ਼ਮੈਂਟ ਕਰਨੀ ਪੈਂਦੀ ਹੈ 30 ਦਿਨ ਲਈ। ਉਹ ਜਿਹੜੀ ਐਡਵਰਟਾਈਜ਼ਮੈਂਟ ਕਰਨ ਤੋਂ ਬਾਅਦ ਸਾਨੂੰ ਜਸਟੀਫਾਈ ਕਰਨਾ ਹੁੰਦਾ ਹੈ ਕਿ ਇੰਪਲੋਇਰ ਨੇ ਸਫੀਸ਼ੀਐਂਟ ਐਫਰਟਸ ਲਿੱਤੇ ਨੇ ਇੱਕ ਕੈਨੇਡੀਅਨ ਪੀਆਰ ਜਾਂ ਸਿਟੀਜ਼ਨ ਨੂੰ ਹਾਇਰ ਕਰਨ ਲਈ। ਜੇ ਉਹ ਇੱਕ ਜੌਬ ਮੈਚ ਕਰਨ ਤੋਂ ਬਾਅਦ ਜੋ ਜਸਟੀਫਾਈ ਨਹੀਂ ਕਰ ਸਕਦਾ, ਉਹ ਕਹਿੰਦਾ ਕਿ ਸਾਨੂੰ ਜੀ ਇਹ ਫੋਰਨ ਕੈਂਡੀਡੇਟ ਨੂੰ ਆਪਾਂ ਹਾਇਰ ਕਰਨਾ ਚਾਹੁੰਦੇ ਬਿਕਾਜ਼ ਆਫ ਸੋ ਐਂਡ ਸੋ ਰੀਜ਼ਨ, ਉਹਨੂੰ ਅਸੀਂ ਵੀ ਉਹਨਾਂ ਦੀ ਹੈਲਪ ਕਰ ਸਕਦੇ ਬੀਇੰਗ ਆਵਰ ਸਾਡੀ ਜਿਹੜੀ ਟੀਮ ਹੈ ਉਹ ਉਹਨਾਂ ਨੂੰ ESDC ਜਿਹੜਾ ਡਿਪਾਰਟਮੈਂਟ ਹੈ ਉਹਨੂੰ ਰਿਪਰੈਜ਼ੈਂਟ ਕਰ ਸਕਦੀ ਹੈ ਐਪਲੀਕੇਸ਼ਨ ਨੂੰ, ਤੇ ਵੀ ਕੈਨ ਟੇਕ ਕੇਅਰ ਆਫ ਦੈਟ ਐਪਲੀਕੇਸ਼ਨ। ਤੇ ਤਕਰੀਬਨ ਅੱਜ-ਕੱਲ 1 ਮਹੀਨੇ ਤੋਂ 3 ਮਹੀਨੇ ਦੇ ਦੌਰਾਨ ਉਹਦਾ ਆਊਟਕਮ ਪੋਜ਼ਿਟਿਵ ਜੀ LMI ਰਿਜ਼ਲਟ ਆ ਗਿਆ, ਇਨੀਸ਼ੀਏਟਿਵ ਆ ਜਾਂਦਾ ਹੈ। ਔਰ ਉਸ ਤੋਂ ਪਹਿਲਾਂ ਥੋੜੀ ਜਿਹੀ ਡਾਕੂਮੈਂਟੇਸ਼ਨ ਸਕ੍ਰੂਟਨੀ ਵੀ ਮੰਗਦੇ ਨੇ। that's what I was about to say that अगर ESTC का ये प्रोग्राम एम्प्लॉयर के लिए एक अपॉर्चुनिटी है कि ठीक है आप हायर कर सकते हो, सेम वे वो आप फॉरेन वर्कर के राइट्स भी प्रोटेक्ट कर रहा है। सो देयर इज अ कंप्लायंस एम्प्लॉयर नीड्स टू फॉलो कि अगर आप फॉरेन वर्कर को पे कर सकते हो या नहीं, आपका रेवेन्यू कितना है, कितने टाइम से बिजनेस ऑपरेटेड है, कहाँ पे ऑपरेटेड है, हाउ मेनी एम्प्लॉयज आर देयर, they are being paid nice, उसको सपोर्ट कर सकते हैं कि नहीं। एग्जैक्टली बेसिकली उन्होंने सेफ गार्ड करते हैं कि फॉरेन वर्कर भी एक्सप्लॉइट ना हो यहाँ पर। ਉਹਨਾਂ ਦੀ ਗੁੱਡ ਸਟੈਂਡਿੰਗ ਦੇਖਦੇ ਹਾਂ ਕਿ ਜਿਹੜੀ ਵੀ CRA ਦੇ ਨਾਲ ਜਾਂ ਜਿਹੜੀ ਵੀ ਉਹਨਾਂ ਦੀ ਪਾਸਟ ਹਿਸਟਰੀ ਵਿੱਚ ਦੇ ਬੀਨ ਹੈਵਿੰਗ ਅ ਗੁੱਡ ਸਟੈਂਡਿੰਗ, ਤੇ ਉਹਦੇ ਬੇਸਿਸ ਤੇ ਉਹ ਹਾਇਰਿੰਗ ਕਰ ਸਕਦੇ ਇੰਪਲੋਇਰ ਪਰਸਪੈਕਟਿਵ ਦੇ ਨਾਲ। ਤੇ ਜਿਹੜਾ ਵੀ ਕੈਂਡੀਡੇਟ ਹੈ ਉਹਨੂੰ ਵੀ ਇਹ ਦੇਖਣਾ ਚਾਹੀਦਾ ਹੈ ਕਿ ਜਿਹੜੇ ਇੰਪਲੋਇਰ ਦੇ ਥਰੂ LMI ਐਕਸਪੈਕਟ ਕਰ ਰਿਹਾ ਹੈ ਉਹਨਾਂ ਤੋਂ ਪੁੱਛ ਸਕਦਾ ਹੈ ਡਿਊਰਿੰਗ ਦਾ ਇੰਟਰਵਿਊ ਕਿ ਜੀ ਤੁਸੀਂ ਹਾਊ ਲੌਂਗ ਯੂ ਬੀਨ ਐਗਜ਼ਿਸਟਿੰਗ ਇਨਟੂ ਦਿਸ ਬਿਜ਼ਨਸ, ਤੁਸੀਂ ਕਦੋਂ ਤੋਂ ਹੋ, ਰਾਈਟ, ਤੁਸੀਂ ਕਿਸ ਨੂੰ LMI ਪਹਿਲਾਂ ਦਿੱਤੀ ਹੈ ਨਹੀਂ ਦਿੱਤੀ ਹੈ, ਰਾਈਟ। ਤੇ ਉਹਦੇ ਬੇਸਿਸ ਤੇ ਯੂ ਕੈਨ ਐਨਲਾਈਜ਼ ਤੇ ਤੁਸੀਂ ਡੇ 1 ਇਹ ਗੱਲਾਂ ਕਲੀਅਰ ਕਰ ਸਕਦੇ ਹੋ ਕਿ ਮੈਨੂੰ ਇਨ ਫਿਊਚਰ LMI ਚਾਹੀਦੀ ਹੋਊਗੀ, ਬਜਾਏ ਕਿ ਅਸੀਂ ਦੇਖਦੇ ਹਾਂ ਕਿ ਲਾਸਟ ਮਿੰਟ ਤੇ ਆ ਕੇ ਐਪਲੀਕੈਂਟਸ ਰੁੱਲ ਜਾਂਦੇ ਆ ਕਿ ਇੰਪਲੋਇਰ ਸਪੋਰਟ ਨਹੀਂ ਕਰ ਰਿਹਾ ਜੀ ਹੁਣ ਸਾਨੂੰ। if things would have been cleared from day 1 ਤੇ ਇਹ ਚੀਜ਼ਾਂ ਆਣੀ ਨਹੀਂ ਚਾਹੀਦੀਆਂ। ਅੱਛਾ, ਹੁਣ ਐਲੀਜੀਬਿਲਿਟੀ ਜਾਣਦੇ ਆ ਨਾ। ਹੁਣ ਅਗੇਨ ਐਜ਼ ਅ ਲੇਮੈਨ ਜੇ ਮੈਂ ਤੁਹਾਨੂੰ ਕੁਝ ਸਵਾਲ ਪੁੱਛਦਾ ਜੋ ਸਾਨੂੰ ਵੀ ਪੁੱਛਦੇ ਆ, ਫਿਰ ਅਸੀਂ ਐਕਸਪਰਟਸ ਕੋਲ ਭੇਜਦੇ ਹਾਂ ਲੋਕਾਂ ਨੂੰ। ਉਹ ਕਹਿੰਦੇ ਨੇ ਜੀ ਮੈਨੂੰ ਲੱਗਦਾ 2 ਸਾਲ ਜਾਂ 3 ਸਾਲ ਸ਼ਾਇਦ ਪੁਰਾਣਾ ਹੋਣਾ ਚਾਹੀਦਾ, ਤੁਸੀਂ ਮੈਨੂੰ ਬਾਅਦ 'ਚ ਕਰੈਕਟ ਵੀ ਕਰਿਓ ਇਹ ਸਾਰੇ ਜਿਹੜਾ ਨਾ ਇਹਦਾ ਵਧੀਆ ਆਨਸਰ ਦਿਓ, ਜਾਂ ਫਿਰ ਸ਼ਾਇਦ $1 ਮਿਲੀਅਨ ਦੀ ਟਰਨਓਵਰ ਹੋਣੀ ਚਾਹੀਦੀ ਹੈ, ਜਾਂ ਫਿਰ ਕੋਈ ਹੋਰ ਕ੍ਰਾਈਟੀਰੀਆ ਹੁੰਦਾ। ਇਹ ਸੋਚ ਕੇ ਜਾਂ ਤੁਹਾਡਾ ਬਿਜ਼ਨਸ ਕੁਆਲੀਫਾਈ ਨਹੀਂ ਕਰਦਾ, ਕਈ ਕਹਿੰਦੇ ਨੇ ਨਾ। ਫੋਰ ਐਗਜ਼ਾਮਪਲ ਕੋਈ ਮੇਰਾ ਰਿਟੇਲ ਸਟੋਰ ਹੈ ਲੈਟਸ ਸੇ, ਉਹ ਕਹਿੰਦੇ ਨੇ ਇਹ ਤਾਂ ਕੁਆਲੀਫਾਈ ਨਹੀਂ ਕਰਦਾ, ਇੱਥੇ ਤੁਸੀਂ ਆਰਾਮ ਨਾਲ ਇੱਥੋਂ ਬੰਦੇ ਲੈ ਸਕਦੇ ਹੋ, ਸੋ ਵਾਈ ਯੂ ਨੀਡ ਪੀਪਲ ਫੋਰਨ ਵਰਕਰਸ। ਸੋ ਇਹ ਜਿਹੜੀਆਂ ਸ਼ਾਇਦ ਮਿਸਕਨਸੈਪਸ਼ਨਸ ਨੇ, ਪਰ ਸ਼ਾਇਦ ਹੋ ਸਕਦਾ ਸਹੀ ਵੀ ਹੋਵੇ, ਤੁਸੀਂ ਇਹਨੂੰ ਕਲੀਅਰ ਕਰੋ ਜੀ। आई थिंक निशा कैन बेटर टेल यू। देयर इज नो मिनिमम क्राइटेरिया। अगर हम बात करें कि इतने साल हो जाने चाहिए या इतना टर्नओवर होना चाहिए, देयर इज नो फिक्स नंबर या फिक्स्ड क्राइटेरिया। बट यस, क्रेडिबिलिटी आपकी फाइनेंशियल डॉक्यूमेंट्स देख के वो एनालाइज करेंगे कि कितने एम्प्लॉइज हैं आपके पास, किसको आप टाइमली पे कर रहे हो, कितनी वेज पे कर रहे हो, फॉरेन वर्कर अगर आप हायर कर रहे हो कितनी वेज पे कर रहे हो, क्या आपका इतना रेवेन्यू है आप उसको पे कर पाओगे, राइट। सो दे विल असेस, दैट इज द असेसमेंट दे विल बी डूइंग। ਤੁਸੀਂ ਐਲੀਜੀਬਿलिटी ਦੀ ਗੱਲ ਕੀਤੀ ਜੀ। ਇੱਕ ਨਾ ਜਿਵੇਂ ਕਿਸੇ ਦਾ ਨਵਾਂ ਬਿਜ਼ਨਸ ਸਟਾਰਟ ਹੋਇਆ, ਅਸੀਂ ਫਿਰ ਰੈਸਟੋਰੈਂਟ ਦੇ ਬਿਜ਼ਨਸ ਉੱਥੇ ਚੱਲਦੇ ਹਾਂ ਐਗਜ਼ਾਮਪਲ ਤੋਂ। ਲੈਟਸ ਸੇ ਬੜਾ ਈਜ਼ੀ ਜਿਹਾ ਐਗਜ਼ਾਮਪਲ ਹੈ ਜੀ। ਲੈਟਸ ਸੇ ਉਹਨੇ ਸਟਾਰਟ ਕੀਤਾ 6 ਮਹੀਨੇ ਹੋ ਗਏ, ਸਾਲ ਚਲੋ ਹੋਣ ਵਾਲਾ 8 ਮਹੀਨੇ ਹੋ ਗਏ, ਇੱਕ ਆਪਾਂ ਰਫਲੀ ਸੋਚ ਕੇ ਚੱਲਦੇ ਹਾਂ। ਉਹਨੇ ਇੱਕ ਬਹੁਤ ਵਧੀਆ ਸ਼ੈਫ ਰੱਖਿਆ, ਸ਼ੈਫ 'ਤੇ ਚੱਲਦੇ ਹਾਂ ਦੁਬਾਰਾ। ਉਹ ਅਚਾਨਕ ਛੱਡ ਕੇ ਚਲਾ ਗਿਆ, ਠੀਕ ਹੈ ਜੀ। ਹੁਣ ਉਹਦੇ ਕੋਲ ਵਿਚਾਰੇ ਕੋਲ ਹੈ ਨਹੀਂ ਕੋਈ ਬੰਦਾ, ਰੈਸਟੋਰੈਂਟ ਚਲਾਉਣਾ ਹੀ ਹੈ, ਪਰ ਉਹਦੇ ਕੋਲ ਇੰਨੀ ਸਪੋਰਟ ਵੀ ਨਹੀਂ ਹੈਗੀ, ਜਾਂ ਸ਼ਾਇਦ ਉਹਨੇ ਆਪਣੇ ਟੈਕਸਿਸ ਸ਼ਾਇਦ ਫਾਈਲ ਨਹੀਂ ਕੀਤੇ ਹਜੇ। ਇੱਦਾਂ ਦੀ ਸਿਚੁਏਸ਼ਨ ਜੇ ਕਰਦੇ ਹਾਂ, ਉਹ ਵੀ ਬੁਲਾ ਸਕਦਾ ਫੋਰਨ ਵਰਕਰ। ਸਪੋਜ਼ ਕਰੋ ਇੱਥੇ ਹੀ ਹੈ ਕੋਈ, ਉਹਨੂੰ ਕੋਈ ਵਿਜ਼ਟਰ ਵੀਜ਼ਾ ਤਾਂ ਮਿਲ ਜਾਂਦਾ ਲੈਟਸ ਸੇ, ਜਾਂ ਕੋਈ ਸਟੂਡੈਂਟ ਵੀ ਜਿਹੜਾ ਹੁਣ ਉਹਨੂੰ ਵਰਕ ਪਰਮਿਟ ਮਿਲਿਆ, ਉਹਨੂੰ ਵੀ ਸਪੋਂਸਰ ਕਰ ਸਕਦਾ। ਡੈਫੀਨਿਟਲੀ ਜੀ। ਹੁਣ ਇਹ ਤੁਸੀਂ ਬੜਾ ਵਧੀਆ ਕੁਐਸਚਨ ਪੁੱਟ ਅਪ ਕੀਤਾ। ਅੱਜ ਦੀ ਡੇਟ 'ਚ ਜਿਹੜੀ LMI ਦੀ ਰਿਕੁਆਇਰਮੈਂਟ ਹੈਗੀ ਹੈ ਉਹ ਪੋਸਟ ਕੋਵਿਡ ਥੋੜੀ ਜਿਹੀ ਲੀਨੀਅੰਟ ਹੋ ਗਈ ਹੈ ਸਰਵਿਸ ਕੈਨੇਡਾ, ਟੂ ਬੀ ਵੈਰੀ ਟੂ, ਜੇ ਆਪਾਂ ਸਿੱਧੀ ਲੈਂਗੁਏਜ 'ਚ ਕਹੀਏ, ਬਿਕੋਜ਼ ਦੇ ਵਾਂਟ ਟੂ ਸਪੋਰਟ ਦ ਸਮਾਲ ਬਿਜ਼ਨੈਸਿਸ। ਉਹਨਾਂ ਨੂੰ ਸਪੋਰਟ ਕਰਨ ਲਈ ਦੇ ਨੋ ਕਿ ਪੀਪਲ ਐਂਡ ਬਿਜ਼ਨੈਸ ਆਰ ਸਟਰਗਲਿੰਗ ਵਿਦ ਦ ਰਾਈਟ ਵਰਕਫੋਰਸ। ਉਸ ਚੀਜ਼ ਨੂੰ ਫਿਲਅਪ ਕਰਨ ਲਈ ਦੇ ਮੈਂਸ਼ਨ ਕਿ ਜੇ ਤੁਸੀਂ ਆਪਣੀ ਜਸਟੀਫਾਈ ਕਰ ਸਕਦੇ ਹੋ ਫਿਊਚਰ ਫੋਰਕਾਸਟਿੰਗ ਕਿ ਯੂ ਆਰ ਗਰੋਇੰਗ ਗੁੱਡ, ਤੇ ਤੁਸੀਂ ਆਲਰੇਡੀ ਐਗਜ਼ਿਸਟਿੰਗ ਵਰਕਫੋਰਸ ਤੁਹਾਡੀ ਜਿਹੜੀ ਹੈਗੀ ਹੈ ਉਹਨੂੰ ਤੁਸੀਂ ਪੇ ਕਰ ਰਹੇ ਹੋ, ਬਟ ਤੁਸੀਂ ਰਾਈਟ ਸਕਿੱਲ ਆਪਣੀ ਕੈਨੇਡੀਅਨ ਸਿਟੀਜ਼ਨ ਜਾਂ PR ਲਈ ਫਿਲਫਿਲ ਨਹੀਂ ਕਰ ਪਾ ਰਹੇ ਹੋ, ਤੁਸੀਂ TFW ਪੋਜੀਸ਼ਨ
ਦੇ ਸਕਦੇ ਹੋ, ਬਟ ਯੈਸ ਉਹ ਜਿਹੜੀ ਵਿਜ਼ਟਰ ਵੀਜ਼ਾ ਤੇ ਹੈਗੇ ਆ ਉਹ ਕੰਮ ਨਹੀਂ ਕਰ ਸਕਦੇ ਜਦ ਤੱਕ ਉਹਨਾਂ ਕੋਲ LMI ਤੇ ਵਰਕ ਪਰਮਿਟ ਅਪਰੂਵ ਨਹੀਂ ਹੋ ਨਹੀਂ ਮਤਲਬ ਉਹਨਾਂ ਦੀ ਜੌਬ ਆਫਰ ਤੋਂ ਹੋ ਸਕਦਾ ਯੈਸ ਉਹਨਾਂ ਦੀ ਜੇ ਉਹ LMI ਦੇ ਦੇਣ ਉਹਨਾਂ ਮਤਲਬ LMI ਅਪਰੂਵ ਹੋ ਸਕਦੀ ਉਹਨਾਂ ਦੀ ਯੈਸ ਅ ਜੌਬ ਆਫਰ ਸਪੋਰਟਡ ਬਾਈ ਐਨ LMIA ਇਜ਼ ਗੋਇੰਗ ਟੂ ਮੇਕ them eligible to ਮਤਲਬ ਮੇਰਾ ਸਵਾਲ ਸੀ ਕਿ ਜਿਹੜਾ ਉਹ ਬੰਦਾ 8 ਮਹੀਨੇ ਪੁਰਾਣੇ ਬਿਜ਼ਨਸ ਵਾਲਾ ਉਹ ਵੀ LMIA ਕਢਵਾ ਸਕਦਾ ਯੈਸ ਓਕੇ ਟਿਲ ਦ ਟਾਈਮ ਉਹ ਜਸਟੀਫਾਈ ਕਰ ਸਕਦੇ ਹੈ ਕਿ ਮੈਂ ਬਿਜ਼ਨਸ ਰਨ ਕਰ ਰਿਹਾ ਆਪਣਾ, ਮੇਰੇ ਕੋਲ ਵਰਕਫੋਰਸ ਹੈਗੀ ਹੈ, ਮੈਂ ਗੁੱਡ ਸਟੈਂਡਿੰਗ ਦੇ ਸਕਦਾ ਆਪਣੇ ਅਕਾਊਂਟੈਂਟ ਤੋਂ, ਰਾਈਟ, ਤੇ ਬਾਈ ਦਾ ਟਾਈਮ ਵੱਧ ਤੋਂ ਵੱਧ ਇੱਕ ਇੰਟਰਵਿਊ ਹੋ ਸਕਦਾ ਉਹਨਾਂ ਦਾ, ਇੰਟਰਵਿਊ ਦੌਰਾਨ ਜੇ ਉਹ ਜਸਟੀਫਾਈ ਕਰ ਦੇਣ ਯੈਸ ਐਬਸੋਲੂਟਲੀ देयर इज नो ਐਜ਼ ਨਿਸ਼ਾ ਨੇ ਮੈਂਸ਼ਨ ਕੀਤਾ ਪਹਿਲਾਂ ਵੀ ਕਿ ਕੋਈ ਮਿਨੀਮਮ ਰਿਕੁਆਇਰਮੈਂਟ ਨਹੀਂ ਹੈਗੀ ਹੈ, ਬਟ ਯੂ ਨੀਡ ਟੂ ਪ੍ਰੋਵਾਈਡ ਦ ਸਫੀਸ਼ੀਐਂਟ ਐਵੀਡੈਂसेस कि थोड़ी कैपेसिटी हैगी लॉन्ग टर्म रिटेन करने दी इस कैंडिडेट आपका बिजनेस लेजिटिमेट होना चाहिए, सिंपल, हर तरीके से क्रेडिबल होने चाहिए आप TFW को। ਤੁਹਾਡਾ ਕੋਈ ਪੁਰਾਣਾ ਕੋਈ 네ਗੇਟਿਵ ਰਿਕਾਰਡ ਨਾ ਹੋਵੇ CRA ਦੇ ਨਾਲ ਜਾਂ ਸਰਵਿਸ ਕੈਨੇਡਾ ਡਿਪਾਰਟਮੈਂਟ ਦੇ ਨਾਲ, ਕੋਈ ਐਦਾਂ ਦੀ ਆਕੂਪੇਸ਼ਨ ਦੇ ਵਿੱਚ ਤੁਸੀਂ ਇਨਵੋਲਵ ਨਾ ਹੋਣ ਤੇ ਤੁਹਾਡਾ ਲੈਜਿਟ ਜਿਵੇਂ ਨਿਸ਼ਾਨ ਨੇ ਕਿਹਾ ਬਿਜ਼ਨਸ ਪ੍ਰਮਾਈਸਿਸ ਹੋਣਾ ਚਾਹੀਦਾ, ਦੈਨ ਯੂ ਸ਼ੁੱਡ ਬੀ ਫਾਈਨ ਵਨ ਕੈਨ ਏਬਲ ਟੂ ਜਨਰੇਟ ਦੀ LMI। ਮੈਨੂੰ ਲੱਗਦਾ ਜਿਹੜੇ ਨਵੇਂ ਬਿਜ਼ਨਸ ਓਨਰਸ ਵੀ ਨੇ ਹੈ ਨਾ ਜਿਨ੍ਹਾਂ ਨੂੰ ਦਿੱਕਤ ਆ ਰਹੀ ਹੈ ਔਰ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਹੈ ਕਿ ਸ਼ਾਇਦ ਅਸੀਂ ਸਪੋਰਟ ਨਹੀਂ ਕਰ ਸਕਦੇ ਜਾਂ ਸ਼ਾਇਦ ਅਸੀਂ ਐਲੀਜੀਬਲ ਹੀ ਹੈ ਨਹੀਂ ਆ, ਜ਼ਿਆਦਾਤਰ ਲੋਕ ਕਹਿੰਦੇ ਨੇ ਹਜੇ ਇੱਕ ਸਾਲ 2 ਸਾਲ ਰੁਕ ਜਾਂਦੇ ਆ ਫਿਰ ਜਾ ਕੇ ਪੁੱਛਾਂਗੇ ਵੀ, ਉਹ ਪੁੱਛਣ ਨੂੰ ਵੀ ਸੋਚਦੇ ਨੇ ਕਿ ਛੱਡੋ ਕੀ ਪੁੱਛਣਾ ਕਿ ਇੰਨੀ ਛੇਤੀ ਹੋ ਥੋੜੀ ਸਕਦਾ। ਨਹੀਂ ਜੀ ਦੇਖੋ ਜੇ if your employer is not confident enough ਕਿ ਉਹ ਸੈਲਰੀ ਨਹੀਂ ਪੇ ਕਰ ਸਕਦਾ ਕੈਂਡੀਡੇਟ ਨੂੰ, ਬਿਕੋਜ਼ ਜਦੋਂ ਆਪਾਂ ਸੈਲਰੀ ਦੀ ਵੀ ਗੱਲ ਕਰਦੇ ਨਾ ਐਪਲੀਕੈਂਟ ਦਾ ਜਿਹੜਾ ਮੀਡੀਅਨ ਵੇਜ ਜਾਂ ਲੋ ਵੇਜ ਜਾਂ ਹਾਈ ਵੇਜ ਉਹ ਸਭ ਕੈਟੇਗਰਾਈਜ਼ ਹੋ ਜਾਂਦੀ ਹੈ, ਆਪਾਂ ਕਦੀ ਨੈਕਸਟ ਟੌਪਿਕ ਦੀ ਡਿਟੇਲ 'ਚ ਗੱਲ ਕਰੂੰਗੇ, ਉਹ ਜਸਟੀਫਾਈ ਕਰਨੀ ਜ਼ਰੂਰੀ ਹੁੰਦੀ ਹੈ, ਇੱਕ ਫੁੱਲ ਟਾਈਮ ਜੌਬ ਹੋਣੀ ਜ਼ਰੂਰੀ ਹੈ, ਯੂ ਕਾਂਟ ਹਾਇਰ ਸਮਵਨ ਔਨ ਅ ਪਾਰਟ ਟਾਈਮ ਜੌਬ ਔਨ ਦਾ ਬੇਸਿਸ ਆਫ ਐਨ LMIA, ਰਾਈਟ, ਤੇ ਉਹ ਚੀਜ਼ ਵੀ ਮੀਟ ਕਰਨੀ ਹੁੰਦੀ ਹੈ। ਇਹ ਬੜਾ ਡਿਟੇਲ ਟੌਪਿਕ ਹੈ, ਇਟਸ ਬੈਟਰ ਵੀ ਕੈਨ ਡਿਸਕਸ ਇਨ ਨੈਕਸਟ ਆਪਣੀ ਲੱਗਦਾ ਹੈ ਕਿ ਤੁਸੀਂ ਨਾ ਜੋ ਵੀ LMIA ਦੇ ਰਿਗਾਰਡਿੰਗ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈ, ਭਾਵੇਂ ਤੁਸੀਂ ਇੰਪਲੋਇਰ ਹੋ ਸੋਚਦੇ ਹੋ ਕਿ ਸ਼ਾਇਦ ਅਸੀਂ ਅਪਲਾਈ ਕਰ ਸਕਦੇ ਹਾਂ ਜਾਂ ਨਹੀਂ ਕਰ ਸਕਦੇ, ਜਾਂ ਤੁਸੀਂ LMIA ਲਈ ਭਾਲ ਦੇ ਵਿੱਚੋਂ ਹੈ ਨਾ ਤੁਹਾਨੂੰ ਲੱਗਦਾ ਕਿ ਤੁਹਾਨੂੰ ਚਾਹੀਦਾ ਹੈ LMIA, ਤੇ ਤੁਸੀਂ ਜਿਹੜੇ ਗਿਵਨ ਨੰਬਰਸ ਨੇ ਸਕਰੀਨ ਤੇ ਫਲੈਸ਼ ਹੋ ਰਹੇ ਨੇ ਬਾਰ-ਬਾਰ ਉੱਥੇ ਤੁਸੀਂ ਕਾਲ ਕਰਕੇ ਘੱਟੋ ਘੱਟ ਜਾਣਕਾਰੀ ਲਓ, ਫਿਰ ਉਸ ਤੋਂ ਬਾਅਦ ਤੁਸੀਂ ਦੇਖੋ। ਰਾਈਟ ਜੀ, ਇਹ ਜਿਹੜਾ ਟੌਪਿਕ ਸੀਗਾ ਤੁਸੀਂ LMI ਬਾਰੇ ਡਿਸਕਸ ਕਰਨਾ ਸੀਗਾ। ਸੈਕੰਡਰੀ ਜਿਹੜਾ ਥੋੜਾ ਜਿਹਾ ਆਪਾਂ ਹਾਈਲਾਈਟ ਕਰ ਸਕਦੇ ਹਾਂ ਟੌਪਿਕ ਨੂੰ, ਦੈਟ ਇਜ਼ ਕਾਲਡ ਅਲਬਰਟਾ ਟੈਕ ਪਾਇਲਟ ਸਟਰੀਮ, ਰਾਈਟ, ਆਈ ਥਿੰਕ ਨਿਸ਼ਾ ਇਜ਼ ਦ ਰਾਈਟ ਪਰਸਨ ਜਿਹੜੇ ਹਾਈਲਾਈਟ ਕਰ ਸਕਦੇ हाँ जी बिल्कुल। टेक पायलट इट वाज अ पायलट प्रोग्राम, बट अब तो ये रेगुलर अभी तक तो है, राइट। इसके लिए ये अल्बर्टा ने स्टार्ट किया था ओनली फॉर दोज कैंडिडेट्स जो IT प्रोफेशंस में काम करते हैं। अब व्हाट आर द मिनिमम रिक्वायरमेंट्स इज इनकी थोड़ा सा क्राइटेरिया ऐसा है कि आपकी एक्सप्रेस एंट्री जो कि फेडरल का प्रोग्राम है, आपकी एक्सप्रेस एंट्री एक्टिव होनी चाहिए, आप पोल में होने चाहिए, विद मिनिमम स्कोर आपका 300 हो, ठीक है, आप उसमें फॉल कर रहे हो। 300 इज वेरी बेसिक कॉम्प्रिहेंसिव रैंकिंग स्कोर, तो आप अगर उसमें एलिजिबल हो, आप उसमें फॉल कर रहे हो, IT में आप काम कर रहे हो, तो कोई भी आपकी अल्बर्टा की IT बेस्ड कंपनी अगर आपको जॉब ऑफर दे दिया, it is LMI exempt. They don't need LMI. Yeah, no. Okay. Because yes, they know that IT people are in demand, right? So unko just to make them flourish, the occupations are in demand in Alberta. तो ये प्रोग्राम उनके लिए स्टार्ट किया गया है। तो IT का अगर आपके पास जॉब ऑफर है, आप सिंपली अल्बर्टा को आ सकते हैं, मतलब अगर भारत में बैठे हुए वहाँ पर भी IT वाला जो बंदा है वो यहाँ अप्लाई करके जैसे कि नॉर्मल हम रेज्यूमे भेज के अप्लाई करते हैं वैसे आ सकते हैं। देखो जी ਤੁਸੀਂ ਇਹ ਚੀਜ਼ ਦੇਖੋ ਕਿ ਕੈਨੇਡੀਅਨ ਇਮੀਗ੍ਰੇਸ਼ਨ ਦੇ ਹੈਵ ਸੋ ਮੈਨੀ ਪ੍ਰੋਗਰਾਮਸ, ਵੈਰੀ ਇੰਟਰਸਟਿੰਗ ਪ੍ਰੋਗਰਾਮਸ। ਇੱਕ ਪਾਸੇ ਉਹ LMI ਵਾਲਾ ਆਪਸ਼ਨ ਤੁਹਾਨੂੰ ਦੇ ਰਹੇ ਨੇ ਫॉर EMPLOYER ਸਪੋਰਟ ਲਈ, ਜੇ ਤੁਸੀਂ ਜਸਟੀਫਾਈ ਕਰ ਸਕਦੇ ਹੋ। ਇੱਕ ਪਾਸੇ ਉਹ LMI ਐਗਜ਼ੈਂਪਟ ਆਪਸ਼ਨ ਵੀ ਦੇ ਰਹੇ ਨੇ, ਉਹਦੇ ਵਿੱਚ ਦੇਰ ਆਰ ਫਰਦਰ ਕ੍ਰਾਈਟੇਰੀਆਸ, ਕੁਝ EMPLOYER ਪੋਰਟਲ ਸਪੈਸੀਫਿਕ ਹੁੰਦਾ ਜਿਹੜਾ LMI ਐਗਜ਼ੈਂਪਟ ਹੁੰਦਾ ਹੈ, ਕੁਝ C11 ਕੋਡ ICT ਪ੍ਰੋਗਰਾਮ ਹੁੰਦਾ ਜਿਹੜਾ ਵੱਡੀ ਕੰਪਨੀਜ਼ ਰਿਕਰੂਟਮੈਂਟ ਕਰਦੀ ਹੈ, ਉਹਨਾਂ ਨੂੰ ਵੀ LMI ਐਗਜ਼ੈਂਪਟ ਹੁੰਦੀ ਹੈ। ਇੱਕ ਜਿਵੇਂ ਨਿਸ਼ਾ ਨੇ ਕਿਹਾ ਕਿ ਐਦਾਂ ਦੇ ਪਬਲਿਕ ਪ੍ਰੋਗਰਾਮਸ ਲਾਂਚ ਕਰਦੀ ਰਹਿੰਦੀ ਹੈ ਪ੍ਰੋਵਿੰਸਿਸ ਜਾਂ ਫੈਡਰਲ ਗਵਰਨਮੈਂਟ, ਜਿਹਦੇ ਵਿੱਚ ਅਲਬਰਟਾ ਟੈਕ ਇੱਕ ਬਹੁਤ ਸੋਹਣਾ ਪ੍ਰੋਗਰਾਮ ਹੈ, ਆਲਮੋਸਟ ਪਿਛਲੇ 2 ਸਾਲ ਤੋਂ ਹੁਣ ਐਕਟਿਵ ਚੱਲ ਰਿਹਾ ਹੈ ਟੂ ਫੁਲਫਿਲ ਦ ਰਿਕੁਆਇਰਮੈਂਟ ਆਫ IT ਵਰਕਫੋਰਸ। ਉਹਦੇ ਵਿੱਚ ਜਿਵੇਂ ਨਿਸ਼ਾ ਨੇ ਕਿਹਾ ਮਿਨੀਮਮ 300 CRS ਸਕੋਰ ਹੋਵੇ, ਤੁਸੀਂ ਭਾਵੇਂ ਔਨਸ਼ੋਰ ਹੋ ਭਾਵੇਂ ਆਫਸ਼ੋਰ ਹੋ, ਤੁਹਾਨੂੰ ਕੋਈ ਵੀ IT ਬੇਸਡ ਇੰਪਲੋਇਰ, ਅਫਕੋਰਸ ਇਹ ਨਹੀਂ ਹੋਵੇ ਕਿ ਵੀ ਨਿਊ ਇੰਪਲੋਇਰ ਹੈਗਾ, ਨਿਊ ਇੰਪਲੋਇਰ ਵੀ ਹੈਗਾ, ਉਹਨਾਂ ਦਾ ਰੈਵਨਿਊ ਹੋਵੇ, ਕਮਰਸ਼ੀਅਲ ਪ੍ਰਮਾਈਸਿਸ ਹੋਵੇ, ਦੇ ਕੈਨ ਏਬਲ ਟੂ ਜਸਟੀਫਾਈ ਦੇ ਆਰ ਕੈਪੇਬਲ ਇਨਫ ਟੂ ਪੇ ਅ ਸੈਲਰੀ ਟੂ TFW, ਤੇ ਉਹਨਾਂ ਦੀ ਜਿਹੜੀ ਸਰਵਿਸਿਜ਼ ਹੈਗੀਆਂ ਉਹ ਵੀ ਅਲਬਰਟਾ ਦੇ ਜਿਹੜੇ ਕੀ ਬਸ਼ਿੰਦੇ ਆ ਉਹਨਾਂ ਨੂੰ ਸਪੋਰਟ ਕਰ ਰਹੀ ਹੈ, ਰਾਈਟ ਜੀ। ਤੇ ਇਹਦੇ ਵਿੱਚ ਇੱਕ ਹੋਰ ਵਧੀਆ ਆਪਸ਼ਨ ਹੈ ਕਿ ਜੇ ਤੁਹਾਡੀ ਬਾਹਰ ਦੀ ਵੀ ਕੋਈ ਕੰਪਨੀ ਹੈਗੀ ਹੈ, ਹੋਰ ਪ੍ਰੋਵਿੰਸਿਸ ਦੀ ਵੀ, ਜੇ ਉਹਨਾਂ ਦਾ ਐਕਸਟਰਾ ਪ੍ਰੋਵਿੰਸ਼ੀਅਲ ਲਾਇਸੈਂਸ ਅਲਬਰਟਾ ਚ ਰਨ ਕਰਨ ਦਾ ਹੈਗਾ ਹੈ ਲੈਜਿਟ, ਦੇ ਕੈਨ ਆਲਸੋ
go ahead with this Alberta Tech Pilot Stream. Yes, ਉਹਦੇ ਵਿੱਚ ਥੋੜਾ ਜਿਹਾ ਇੱਕ ਡਾਊਟ ਕੈਂਡੀਡੇਟਸ ਨੂੰ ਇਹ ਆ ਜਾਂਦਾ ਹੈ ਕਿ ਵੀ ਕਿਹੜੀ ਆਈਟੀ ਕੰਪਨੀ ਸਾਨੂੰ ਸਪੋਰਟ, ਮੇਜੋਰਿਟੀ ਆਫ ਆਈਟੀ ਕੰਪਨੀ ਕਰ ਸਕਦੀ ਹੈ, ਇਹਦੇ ਵਿੱਚ ਮੈਨੂਫੈਕਚਰਿੰਗ ਕੰਪਨੀਜ਼ ਵੀ ਹੈਗੀਆਂ ਕਾਫੀ ਹੱਦ ਤੱਕ, ਜਿਹੜਾ ਸਰਟਨ ਨੈਕਸ ਕੋਡ ਕਹਿੰਦੇ, ਜਿਵੇਂ ਆਪਣਾ ਨੌਕ ਕੋਡ ਹੁੰਦਾ ਹੈ ਇੱਥੇ ਨਾਰਥ ਅਮਰੀਕਨ ਇੰਡਸਟਰੀਅਲ ਕਲਾਸੀਫਿਕੇਸ਼ਨ ਕੋਡ, ਜਿਹਦੇ ਵਿੱਚ ਕੀ ਹੁੰਦਾ ਹੈ ਕਿ ਹਰੇਕ ਜਦੋਂ ਆਪਾਂ ਬਿਜ਼ਨਸ ਰਜਿਸਟਰ ਕਰਾਉਂਦੇ ਹਾਂ ਨਾ, ਉਹ ਆਪਾਂ ਨੂੰ ਇੱਕ ਕੋਡ ਜਨਰੇਟ ਹੁੰਦਾ, ਆਪਾਂ ਦੇਖ ਸਕਦੇ ਮੇਜੋਰਿਟੀ ਆਪਾਂ ਸਰਵਿਸ ਕਿਹੜੀ ਪ੍ਰੋਵਾਈਡ ਕਰ ਰਹੇ ਹਾਂ, ਜੇ ਉਹ ਆਈਟੀ ਦੇ ਵਿੱਚ ਫੁੱਟਫਾਲ ਕਰਦਾ ਹੈ ਜਾਂ ਜਿਹੜੀ ਉਹਨਾਂ ਦੀ ਲਿਸਟ ਹੈਗੀ ਐਲਬਰਟਾ ਟੈਕ ਪਾਇਲਟ ਦੀ, ਉਹਦੇ ਥਰੂ ਯੈਸ ਦੇ ਕੈਨ ਜਨਰੇਟ ਐਨ ਆਫਰ ਲੈਟਰ, ਤੇ ਰਾਈਟ ਅਵੇ ਉਹ ਆਫਰ ਲੈਟਰ ਦੇ ਬੇਸਿਸ ਤੇ ਆਪਾਂ NOI ਜਿਹੜੀ ਹੈ EOI ਪਾ ਸਕਦੇ ਹਾਂ ਐਲਬਰਟਾ ਦੀ ਗਵਰਨਮੈਂਟ ਨੂੰ, ਤੇ ਅੱਜ ਕੱਲ ਤਾਂ 1 ਮਹੀਨੇ 2 ਮਹੀਨੇ ਦੇ ਦੌਰਾਨ ਉਹਨਾਂ ਨੂੰ नॉमिनेशन इशू हो जाती है। वही बात होगी कि नॉमिनेशन आए तो आपके 600 पॉइंट्स आ गए और फिर आप अपने ड्रॉ में एलिजिबल हो। ਹੋਰ ਸੋਹਣੀ ਗੱਲ ਇਹ ਕਿ ਬਹੁਤ ਫਾਸਟ ਟਰੈਕ ਪ੍ਰੋਸੈਸ ਹੈ, इट वाज वेरी फास्ट। ਇਟ ਵਾਸ ਵੈਰੀ ਫਾਸਟ। ਸਾਡੇ ਕਾਫੀ ਜਿਹੜੇ ਰਿਜ਼ਲਟਸ ਹੈਗੇ ਆ ਵਿਦ ਇਨ 3 to 4 months ਫੁੱਲ ਫਲੈਜ PR COPR ਗ੍ਰਾਂਟਸ ਹੋ ਗਈ ਕੈਂਡੀਡੇਟਸ ਨੂੰ, ਆਫਸ਼ੋਰ ਵਾਲੇ ਕੈਂਡੀਡੇਟਸ ਨੂੰ। नॉमिनेशन वाज जस्ट अ मैटर ऑफ अ वीक Right. में नॉमिनेशन आती थी Yes. एंड देन PR। ਇੱਕ ਨਾ ਥੋੜਾ ਜਿਹਾ ਵੈਸੇ ਹਾਸੇ ਵਾਲੀ ਗੱਲ ਮੈਂ ਕਹੂੰਗਾ, ਇੱਕ ਜ਼ਮਾਨਾ ਸੀ ਜਦੋਂ ਲੋਕ ਕਹਿੰਦੇ ਸੀ ਕਿ ਵਿਆਹ ਕਰਾਓ ਤੇ ਪੱਕੇ ਹੋਵੋ, ਰਾਈਟ, ਔਰ ਉਹਦੇ ਵਿੱਚ ਵੀ ਸਾਲ 1.5 ਸਾਲ ਲੱਗ ਜਾਂਦਾ ਸੀ। ਇਹ ਤਾਂ ਜੌਬ ਆਫਰ ਲਓ 2-3 ਮਹੀਨੇ 'ਚ ਇੱਥੇ ਪਹੁੰਚ ਜਾਓ ਐਂਡ ਯੂ ਕੈਨ ਗੈਟ ਯੂਰ PR ਵੈਰੀ ਈਜ਼ੀਲੀ। ਕਹਿੰਦਾ ਟੀਅਰ ਨੌਕ ਕੋਡ ਮੀਟ ਕਰ ਰਿਹਾ ਹੈ, ਇੰਪਲੋਇਡ ਦਾ ਪ੍ਰੋਸਪੈਕਟਿਵ ਇੰਪਲੋਇਡ ਦਾ ਨੈਕ ਕੋਡ ਮੀਟ ਕਰ ਰਿਹਾ ਹੈ, ਲੈਜਿਟ ਬਿਜ਼ਨਸ ਹੈਗਾ, ਐਲਬਰਟਾ 'ਚ ਰਜਿਸਟਰਡ ਹੈਗਾ, ਵਾਈ ਨਾਟ, ਵਨ ਸ਼ੁਡ ਡੈਫੀਨਿਟਲੀ ਟੇਕ ਦਿਸ ਓਪਰਚੁਨਿਟੀ ਟੂ ਅਵੇਲ ਦਿਸ ਸਿਸਟਮ ਪ੍ਰੋਵਾਈਡਡ ਬਾਈ IRCC ਟੂ ਗੈਟ देयर PR ਸੌਰਟਡ। ਸੋ LMIA ਦੇ ਨਾਲ ਵੀ ਔਰ LMIA ਦੇ ਬਿਨਾਂ ਵੀ ਤੁਸੀਂ ਪੱਕੇ ਹੋ ਸਕਦੇ ਹੋ, ਤੇ ਬਸ ਤੁਸੀਂ ਇੱਕ ਨੰਬਰ ਜਿਹੜਾ ਹੈ ਉੱਥੇ ਜਿਹੜੀ ਸਕਰੀਨ ਤੇ ਦੇਖ ਰਹੇ ਹੋ ਉੱਥੇ ਕਾਲ ਕਰੋ ਤੇ ਜਾਣਕਾਰੀ ਲਓ, ਆਪਣੀ ਐਪਲੀਕੇਸ਼ਨ ਫਿਲ ਕਰਾਓ ਤੇ ਪਹੁੰਚੋ ਜੀ ਕੈਨੇਡਾ, ਔਰ ਇੱਥੇ ਪੱਕੇ ਤਾਂ ਤੁਸੀਂ ਹੋ ਹੀ ਜਾਣਾ ਜਦੋਂ ਤੁਹਾਡੇ ਕੋਲ ਇੰਨੇ ਵਧੀਆ ਕੰਸਲਟੈਂਟਸ ਹੋਣਗੇ ਤੁਹਾਡੀ ਐਪਲੀਕੇਸ਼ਨ ਭਰਨ ਨੂੰ। ਤੇ ਕੀ ਮੈਸੇਜ ਦੇਣਾ ਚਾਹੋਗੇ विकास जी, आप भी क्या देना चाहेंगे मैसेजेस? माय मैसेज वुड बी कि बहुत सारे प्रोग्राम्स हैं जो कनाडा प्रोवाइड कर रहा है, चाहे प्रोविंशियल हो चाहे फेडरल हो, राइट। तो हमें थोड़ा सा बस केयरफुल रहना है, थोड़ी सी नॉलेज रखनी है चीज़ों की। आप इन डेप्थ ना जाएं किसी में, बट यस एक्सपर्ट्स हैं, प्रोफेशनल्स हैं, वी कैन बेटर गाइड यू। तो कभी भी किसी भी, अगर आप होम कंट्री में कोई एजेंट्स हैं जो सर्टिफाइड नहीं है, लाइसेंस नहीं है, डोंट बी अ ट्रैप ऑफ देम कि आप उनके विक्टिम्स बने, एटलीस्ट आप प्रोफेशनल्स को कंसर्न करें। ਬਿਲਕੁਲ ਜੀ। ਦੇਖੋ ਮੈਸੇਜ ਇਸ ਤੇ ਇਹ ਦੇਣਾ ਚਾਹੂੰਗਾ ਕਿ ਪਹਿਲੀ ਗੱਲ ਤਾਂ ਜਦੋਂ ਤੁਸੀਂ ਜਿਹੜੀ ਰਾਹ ਪੈਂਦੇ ਹੋ, ਬੇਸ ਜਿਹੜਾ ਹੈ ਕਿ ਹੈਟ ਹੈਜ਼ ਟੂ ਬੀ ਵੈਰੀ ਸਟਰੋਂਗ। ਤੁਸੀਂ ਉਹ ਡੇ 1 ਤੋਂ ਜੇ ਕੋਈ ਅੱਛੇ ਕੰਸਲਟੈਂਟ ਦੀ ਜਾਂ ਟੀਮ ਦੇ ਨਾਲ ਡਿਸਕਸ਼ਨ ਕਰ ਲਓ, ਥਿੰਗਸ ਵੁੱਡ ਹੈਵ ਬੀਨ ਮਚ ਬੈਟਰ ਐਂਡ ਸਮੂਥਰ। ਬਟ ਜੇ ਫਿਰ ਵੀ ਕਿਸੇ ਰੀਜ਼ਨ ਕਰਕੇ ਜਾਂ ਕਿਸੇ ਇਨਫਲੂਐਂਸ 'ਚ ਆ ਕੇ ਤੁਸੀਂ ਇੱਦਾਂ ਦੀ ਓਪਰਚੁਨਿਟੀ ਨਹੀਂ ਅਵੇਲ ਕਰ ਪਾ ਰਹੇ ਹੋ, ਯੂ ਕੈਨ ਮੀਟ ਆਵਰ ਟੀਮ। ਵੀ ਕੈਂਟ ਗਾਰੰਟੀ ਐਨੀਥਿੰਗ, ਬਟ ਡੈਫੀਨਿਟਲੀ ਵੀ ਵਿਲ ਟਰਾਈ ਆਵਰ ਬੈਸਟ ਟੂ ਕਸਟਮਾਈਜ਼ ਦਾ ਬੈਸਟ ਪੋਸੀਬਲ ਪ੍ਰੋਗਰਾਮ ਵਿਦਿਨ ਦੀ ਪ੍ਰੋਵੀਜ਼ਨ ਆਫ IRCC, ਜਿਹੜਾ ਕਿ ਤੁਹਾਨੂੰ ਜਿਹੜਾ ਤੁਹਾਡਾ ਇੱਕ ਸੁਪਨਾ ਹੈਗਾ ਕੈਨੇਡਾ ਦੀ PR ਲੈਣ ਦਾ ਜਾਂ ਫਿਊਚਰ ਸਿਟੀਜ਼ਨਸ਼ਿਪ ਐਪਲੀਕੇਸ਼ਨ ਅਪਲਾਈ ਕਰਨ ਦਾ, ਆਵਰ ਟੀਮ ਵਿਲ ਟਰਾਈ ਆਵਰ 100% ਬੈਸਟ ਟੂ ਗਿਵ ਦਾ ਬੈਸਟ ਪੋਸੀਬਲ ਕੰਸਲਟੇਸ਼ਨਸ। ਬਿਲਕੁਲ ਜੀ, ਥੈਂਕ ਯੂ ਸੋ ਮਚ ਜੀ, ਅੱਜ ਫੇਰ ਤੁਸੀਂ ਸਾਡੇ ਨਾਲ ਜੁੜੇ ਔਰ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ। ਤੇ ਸਾਰੇ ਵਿਊਅਰਸ ਨੂੰ, ਕਸਟਮਰਸ ਨੂੰ ਸਾਡੇ ਵੱਲੋਂ ਤੁਸੀਂ ਸਾਨੂੰ ਅਪਰੋਚ ਕਰ ਸਕਦੇ ਹੋ ਫॉर ਐਨੀ ਐਡਵਾਈਸ ਐਂਡ ਕੰਸਲਟੇਸ਼ਨ। ਸਾਡੀ ਟੀਮ, ਸਾਡੇ ਜਿਹੜੇ ਨੰਬਰਸ ਹਨ ਉਹਨੇ ਅਪਰੋਚ ਕਰਕੇ ਤੁਸੀਂ ਆਪਣੀ ਕੰਸਲਟੇਸ਼ਨਸ ਬੁੱਕ ਕਰਾ ਸਕਦੇ ਹੋ। ਥੈਂਕ ਯੂ ਸੋ ਮਚ। ਥੈਂਕ ਯੂ ਜੀ, ਔਰ ਥੈਂਕ ਯੂ ਤੁਹਾਡੇ ਸਾਰਿਆਂ ਦਾ ਜਿਹੜੇ ਪ੍ਰੋਗਰਾਮ ਰਾਹੀਂ ਸਾਡੇ ਨਾਲ ਜੁੜੇ। ਜਿਵੇਂ ਵਿਕਾਸ ਜੀ ਨੇ ਔਰ ਨਿਸ਼ਾ ਜੀ ਨੇ ਕਿਹਾ ਕਿ ਤੁਹਾਡੇ ਮਨ ਦੇ ਵਿੱਚ ਕੋਈ ਵੀ ਸਵਾਲ ਹੈ, ਜੇ ਤੁਸੀਂ ਸੋਸ਼ਲ ਮੀਡੀਆ ਦੇ ਪ੍ਰੋਗਰਾਮ ਦੇਖ ਰਹੇ ਹੋ, ਸਾਡੇ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਕਮੈਂਟ ਕਰਕੇ ਆਪਣਾ ਕੇਸ ਪੂਰਾ ਡਿਸਕਲੋਜ਼ ਨਾ ਕਰਿਓ ਜੀ, ਕੱਲਾ ਆਪਣਾ ਨਾਮ ਤੇ ਨੰਬਰ ਉੱਥੇ ਤੁਸੀਂ ਛੱਡ ਸਕਦੇ ਹੋ ਤੇ ਇਹਨਾਂ ਦੀ ਟੀਮ ਦੇ ਵਿੱਚੋਂ ਜ਼ਰੂਰ ਤੁਹਾਨੂੰ ਕੰਟੈਕਟ ਕਰ ਲਿਆ ਜਾਵੇਗਾ ਵਿਦਿਨ 24 ਆਵਰਸ, ਜਾਂ ਫਿਰ ਸਾਨੂੰ ਤੁਸੀਂ ਸਿੰਪਲੀ WhatsApp ਕਰ ਸਕਦੇ ਹੋ, ਕਾਲ ਕਰ ਸਕਦੇ ਹੋ ਸਾਡੇ ਜਿਹੜੇ ਗਿਵਨ ਨੰਬਰਸ ਨੇ ਉੱਥੇ, ਜਾਂ ਫਿਰ ਜਿਹੜੇ ਇਹਨਾਂ ਦੇ ਕਾਲ ਜਿਹੜੇ ਨੰਬਰਸ ਨੇ ਉੱਥੇ ਤੁਸੀਂ ਕਾਲ ਕਰੋ, ਜਾਣਕਾਰੀ ਲਓ ਤੁਸੀਂ ਕੁਆਲੀਫਾਈ ਕਰਦੇ ਹੋ ਜਾਂ ਨਹੀਂ ਕਰਦੇ। ਐਂਡ ਇੱਕ ਚੀਜ਼ ਮੈਂ ਹੋਰ ਜੋੜ ਦੇਵਾਂ, IT ਨੂੰ ਲੈ ਕੇ ਦੇਖੋ, IT ਦਾ ਹੱਬ ਮੰਨਿਆ ਜਾਂਦਾ ਇੰਡੀਆ, ਹੈ ਨਾ। ਉਹਦੇ ਵਿੱਚ ਕਿਸੇ ਵੀ ਕੋਨੇ ਦੇ ਤੁਸੀਂ ਦੇਖ ਰਹੇ ਹੋ, ਜੇ ਕੁਆਲੀਫਾਈਡ ਹੋ ਤੇ ਵਾਈ ਨਾਟ ਇੱਕ ਵਾਰ ਤੁਸੀਂ ਇਹਨਾਂ ਨੂੰ ਕਾਲ ਕਰੋ। ਹੋ ਸਕਦਾ ਇਹਨਾਂ ਕੋਲ ਕੋਈ ਇੰਪਲੋਇਰ ਹੋਵੇ, ਹੋ ਸਕਦਾ ਇਹਨਾਂ ਕੋਲ ਕੋਈ IT ਕੰਪਨੀ ਹੋਵੇ, ਸੋ ਹੋ ਸਕਦਾ ਤੁਹਾਡਾ ਬਿਨਾਂ ਕੁਛ LMIA ਲਏ ਜਾਂ ਕਿਸੇ ਚੀਜ਼ ਦੇ ਬਿਨਾਂ, ਕਿਸੇ ਦਿੱਕਤ ਦੇ ਬਿਨਾਂ ਤੁਸੀਂ ਸਿੰਪਲੀ ਇੱਥੇ ਆ ਸਕਦੇ ਹੋ। ਸੋ ਇੱਦਾਂ ਹੀ ਪ੍ਰੋਗਰਾਮਸ ਜਿਹੜੇ ਨੇ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਤੁਸੀਂ ਦੇਖਦੇ ਰਹੋ ਜੀ BTV, ਬੀ ਪੋਜ਼ੀਟਿਵ, ਬੀ ਯੋਰਸੈਲਫ।